ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਹਾਂਜੀ ਬ੍ਰਦਰ ਜੀ, ਆਪਣਾ ਅਗਲਾ ਸਵਾਲ ਹੈ ਜੀ ਜੀ ਸਰ। ਪਵਿੱਤਰ ਆਤਮਾ ਦੇ ਬਾਰੇ ਆਪਾਂ ਕਾਫੀ ਚਿਰਾਂ ਤੋਂ ਕਰ ਰਹੇ ਹੈਗੇ ਆ ਇਹਦੇ ਬਾਰੇ ਜੀ ਤੇ ਹਾਲੇ ਸਵਾਲ ਹੈਗੇ ਆ ਜੀ। ਜੀ ਤੇ ਅਗਲਾ ਸਵਾਲ ਹੈ ਜੀ, ਕੀ ਪਵਿੱਤਰ ਆਤਮਾ ਸੁਨੇਹਾ ਮੈਸੇਜ ਲੈ ਕੇ ਆਉਂਦਾ ਆ ਪਿਤਾ ਕੋਲੋਂ, ਯਿਸੂ ਮਸੀਹ ਕੋਲੋਂ? ਇਹ ਇੱਕ ਤਰ੍ਹਾਂ ਦਾ ਮੈਸੇਂਜਰ ਦਾ ਸੁਨੇਹਾ ਲਿਆਉਣ ਦਾ ਵੀ ਕੰਮ ਕਰਦਾ। ਆਪਾਂ ਦੇਖਿਆ ਬਹੁਤ ਕੰਮ ਕਰਦੇ, ਆਪਾਂ ਪਿਛਲੀ ਸਟੱਡੀ ਵਿੱਚ ਦੇਖਿਆ ਨਾ, ਪਵਿੱਤਰ ਆਤਮਾ ਸਾਨੂੰ ਕਿਸ ਤਰ੍ਹਾਂ ਗਾਈਡ ਕਰਦਾ ਹੈ ਨੀ। ਹਾਂ। ਤੇ ਕੀ ਇਹ ਇੱਕ ਸੈਪਰੇਟ ਹੁਣ ਆਪਾਂ ਕਰ ਲੈਂਦੇ, ਦੇਖ ਲੈਂਦੇ ਵੀ ਠੀਕ ਹੈ। ਇਹ ਵੀ ਇੱਕ ਸਵਾਲ ਬੜਾ ਅੱਛਾ ਕਿਸੇ ਨੇ ਕੀਤਾ। ਹਾਂਜੀ, ਕੀ ਇਸ ਤਰ੍ਹਾਂ ਇਹ ਮੈਸੇਜ ਹਾਲੇਲੂਇਆ, ਸੁਨੇਹਾ ਵੀ ਉੱਪਰੋਂ ਲੈ ਕੇ ਆਉਂਦਾ ਆ, ਸਵਰਗ ਵਿੱਚੋਂ, ਪਿਤਾ ਵੱਲੋਂ, ਯਿਸੂ ਮਸੀਹ ਵੱਲੋਂ? ਹਾਲੇਲੂਇਆ, ਹਾਲੇਲੂਇਆ, ਜੈ ਮਸੀਹ ਦੀ। ਜੈ ਮਸੀਹ ਦੀ। ਲੋ ਜੀ, ਗੱਲ ਇਹ ਹੈ ਕਿ ਇਹ ਪਿਤਾ ਪੁੱਤਰ ਪਵਿੱਤਰ ਆਤਮਾ, ਇਹ ਪਵਿੱਤਰ ਆਤਮਾ ਤੇ ਹਰ ਵਿਸ਼ਵਾਸੀ ਦੇ ਅੰਦਰ ਵਾਸ ਕਰ ਰਿਹਾ। ਜਦੋਂ ਉਹਨਾਂ ਨੇ ਪ੍ਰਭੂ ਯਿਸੂ ਨੂੰ ਆਪਣਾ ਕੋਈ ਵੀ ਮੁਕਤੀਦਾਤਾ ਗ੍ਰਹਿਣ ਕਰ ਲੈਂਦਾ ਹੈ ਨਾ, ਤੇ ਹੁੰਦਾ ਕੀ ਹੈ? ਹੁੰਦਾ ਇਹ ਵੇ ਕਿ ਪ੍ਰਭੂ ਯਿਸੂ ਮਸੀਹ ਸੰਤ ਯਹੋਨਾ 1:12 ਦੇ ਮੁਤਾਬਿਕ ਪਿਤਾ ਦੇ ਖਾਨਦਾਨ ਵਿੱਚ ਸ਼ਾਮਿਲ ਕਰ ਦਿੰਦੇ ਨੇ। ਤੇ ਪਵਿੱਤਰ ਆਤਮਾ ਪਹਿਲੇ ਲੋਕਾਂ ਨੂੰ ਕਨਵਿਕਟ ਕਰਦਾ ਹੈ, ਉਹਨਾਂ ਦੇ ਮਨਾਂ ਨੂੰ ਤਿਆਰ ਕਰਦਾ ਹੈ, ਤਾਂ ਉਹ ਪ੍ਰਭੂ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦੇ ਨੇ ਨਾ। ਉਹ ਕਿਵੇਂ ਤਿਆਰ ਕਰਦਾ ਹੈ? ਪਹਿਲਾ ਕਰੰਥੀਆਂ 12:13 ਦੇ ਮੁਤਾਬਿਕ ਪਹਿਲੇ ਉਹ ਲੋਕਾਂ ਨੂੰ ਤਿਆਰ ਕਰਦਾ ਹੈ। ਉਹ ਆਪਣਾ ਵਿਸ਼ਵਾਸ ਤੇ ਕਿਰਪਾ ਨਾਲ ਪ੍ਰਭੂ ਯਿਸੂ ਨੂੰ ਕਬੂਲ ਕਰਦੇ ਨੇ, ਯਾਨੀ ਕਿ ਸੰਤ ਯਹੋਨਾ ਜਿਹੜਾ ਤੁਸੀਂ ਲਿਖਿਆ 1:12। ਔਰ ਜਿਉਂ ਹੀ ਇਹ ਕੰਮ ਹੁੰਦਾ ਹੈ ਤੇ ਪਵਿੱਤਰ ਆਤਮਾ ਗਲਤੀਆਂ 4:6 ਦੇ ਮੁਤਾਬਿਕ ਪਿਤਾ ਉਹਨਾਂ ਦੇ ਅੰਦਰ ਘੱਲ ਦਿੰਦਾ ਹੈ। ਹੁਣ ਇਹ ਪਵਿੱਤਰ ਆਤਮਾ ਜਿਹੜਾ ਹੈ, ਇਹ ਫਿਜ਼ੀਕਲੀ ਹੁਣ ਅਸੀਂ ਕਹਿ ਸਕਦੇ ਹਾਂ ਕਿ ਚੇਲਿਆਂ ਦੇ ਕਰਤੱਵ 2 ਦੇ ਵਿੱਚ ਈਦੇ ਪੈਂਤੀਕੋਸਤ ਵਾਲੇ ਦਿਨ ਆਪਣੇ ਤਖਤ ਨਸ਼ੀਨ ਹੋ ਗਿਆ, ਯਾਨੀ ਤਖਤ 'ਤੇ ਬਹਿ ਗਿਆ। ਠੀਕ ਹੈ। ਹੁਣ ਉਹ ਇੱਕ ਪਿਤਾ ਤੇ ਪ੍ਰਭੂ ਯਿਸੂ ਮਸੀਹ ਦਾ ਇੱਕ ਨੁਮਾਇੰਦਾ ਵੇ, ਕੀ ਉਹਨੂੰ ਕਹਿ ਲਓ, ਹੀ ਇਜ਼ ਅ ਡਿਵਾਈਨ ਪਰਸਨ, ਜਿਹਦੇ ਥਾਈਂ ਪਿਤਾ ਪੁੱਤਰ ਸਾਡੇ ਵਿੱਚ ਵਾਸ ਵੀ ਕਰਦੇ ਨੇ। ਠੀਕ ਹੈ। ਹੁਣ ਬੜੀ ਜ਼ਬਰਦਸਤ ਸਵਾਲ ਹੈ, ਵੈਸੇ ਦੇਖਿਆ ਜਾਏ ਤੇ ਲੱਗ ਰਿਹਾ ਹੈ ਇੱਕ ਵਾਰੀ ਸਵਾਲ ਨੂੰ ਦੁਹਰਾ ਦਿਓ ਤਾਂ ਕਿ ਅਸੀਂ ਕੈਂਡੇ 'ਚ ਹੋ ਜਾਈਏ। ਹਾਂਜੀ, ਲਿਖਿਆ ਹੈ ਜੀ, ਲੇਕਿਨ ਤੁਸੀਂ ਫਿਰ ਬਾਅਦ ਵਿੱਚ ਕਹਿਣਾ ਬਾਹਰ ਨਿਕਲਣ ਦੇ ਹੋ, ਅੰਦਰ ਆਓ। ਜੀ ਜੀ। ਹਾਂਜੀ, ਇਹ ਹੈ ਜੀ, ਕੀ ਪਵਿੱਤਰ ਆਤਮਾ ਪਿਤਾ ਔਰ ਯਿਸੂ ਮਸੀਹ ਕੋਲੋਂ ਮੈਸੇਜ ਸੁਨੇਹਾ ਲੈ ਕੇ ਆਉਂਦਾ? ਇਹਦੇ ਲਈ ਸੁਨੇਹਾ ਲਿਆਉਣ ਦਾ ਕੰਮ ਕਰਦਾ, ਕਿਉਂਕਿ ਉਹ ਦੂਤ ਵੀ ਕਹਿੰਦੇ ਹੈਗੇ ਨਾ, ਮੈਸੇਂਜਰ ਹੁੰਦੇ ਆ। ਤੇ ਕੀ ਪਵਿੱਤਰ ਆਤਮਾ ਵੀ ਮੈਸੇਜ ਲੈ ਕੇ ਆਉਂਦਾ? ਹਾਲੇਲੂਇਆ। ਦੇਖੋ, ਜਿੰਨੀ ਦੇਰ ਤੱਕ ਪਵਿੱਤਰ ਆਤਮਾ ਇਸ ਧਰਤੀ ਤੇ ਆਪਣੇ ਸਿੰਘਾਸਣ ਉੱਤੇ ਨਹੀਂ ਸੀ ਬੈਠਾ, ਠੀਕ ਹੈ, ਉਸ ਤੋਂ ਪਹਿਲੇ ਤੇ ਦੂਤ ਵੀ ਆਉਂਦੇ ਸਨ। ਹੁਣ ਵੀ ਦੂਤ ਹੈਗੇ ਕੀ ਨੇ? ਪਵਿੱਤਰ ਦੂਤ ਕੀ ਨੇ? ਅਬਰਾਨੀਓ 1:14 'ਚ ਲਿਖਿਆ ਹੈ ਕਿ ਇਹ ਵਿਸ਼ਵਾਸੀਆਂ ਲਈ ਸਰਵਿੰਗ ਸਪਿਰਿਟਸ ਨੇ, ਮਦਦਗਾਰ ਰੂਹਾਂ ਨੇ। ਉਹ ਉਹਨਾਂ ਦੀ ਤੇ ਮਿਨਿਸਟਰੀ ਆਪਣੀ ਜਗ੍ਹਾ ਹੈ ਨਾ। ਸੋ ਇਹ ਪਵਿੱਤਰ ਆਤਮਾ ਇਜ਼ ਗੋਡ, ਉਹਨੇ ਕੋਈ ਕੰਮ ਕਰਾਉਣਾ ਤੇ ਇਹ ਦੂਤਾਂ ਕੋਲੋਂ ਕਰਾਉਣਾ। ਠੀਕ ਹੈ। ਅੱਛਾ, ਹੁਣ ਅਸੀਂ ਇਹ ਗੱਲ ਕਰ ਰਹੇ ਸਾਂ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਹੈ ਕਿ 13 ਤੋਂ 15 ਪੜ੍ਹ ਲਈ ਸੀ ਵਰਸ ਉਹ ਤੁਸੀਂ ਨਾ, ਯਹੋਨਾ ਦੇ ਵਿੱਚ, ਉਹ ਪਿਛਲੀ ਕਿ ਉਹ ਤੁਹਾਨੂੰ ਸੱਚ ਦੀ ਰਾਹ ਦੱਸੇਗਾ, ਮੇਰੇ ਕੋਲੋਂ ਲੈ ਕੇ, ਯਾਨੀ ਉਹਨਾਂ ਨੇ ਨਾਲ ਇੱਥੇ ਇਹ ਵੀ ਕਹਿ ਦਿੱਤਾ, ਵਰਸ ਕੀ ਸੀ ਉਹ? ਹਾਂਜੀ, ਮੈਂ ਭੁੱਲ ਰਿਹਾ, 16 ਦੀ 13 ਤੋਂ 15 ਤੇ ਪ੍ਰਭੂ ਤੁਸੀਂ ਪੜ੍ਹ ਦਿੱਤੀ ਹੈਗੀ ਇਹ ਪਿਛਲੀ ਸਟੱਡੀ 'ਚ, ਲੇਕਿਨ ਫਿਰ ਵੀ ਪੜ੍ਹ ਦਿਓ। ਹਾਂ, ਇਸ ਸਟੱਡੀ ਵਿੱਚ ਵੀ ਪੜ੍ਹ ਲੈਂਦੇ ਹਾਂ। ਕਲਾਮ ਪੜ੍ਹਨਾ ਚੰਗਾ ਹੁੰਦਾ ਹੈ। ਹਾਂਜੀ, ਬਿਲਕੁਲ ਜੀ, ਕਿਉਂਕਿ ਇਹ ਹੁਣ ਨਵੀਂ ਰਿਕਾਰਡਿੰਗ ਆ, ਨਵਾਂ ਟੌਪਿਕ ਹੈ ਜੀ, ਭਾਵੇਂ ਅੱਜ ਤਾਂ ਸੇਮ ਹੀ ਹਨ ਜੀ। ਹਾਂਜੀ, ਹਾਂ, ਠੀਕ ਹੈ ਜੀ, ਪੜ੍ਹਦੇ ਹਾਂ ਜੀ। ਤੇ ਇਹ ਮੈਸੇਜ ਕਿੰਝ ਲੈਂਦਾ ਹੈ ਜਾਂ ਸਾਡੇ ਤੱਕ ਕਿੰਝ ਪਹੁੰਚਾਉਂਦਾ ਹੈ? ਹੁਣ ਇਹੀ ਸੋਰਸ ਹੈ ਸਾਡੇ ਕੋਲ। ਬਿਲਕੁਲ ਜੀ। ਠੀਕ ਹੈ ਜੀ।
ਤੇ ਆਪਾਂ ਪੜ੍ਹਦੇ ਹਾਂ ਜੀ ਯੋਹੰਨਾ ਦੀ ਅੰਜੀਲ 16 ਜੀ ਦੀ 13 ਤੋਂ 15। ਜੀ ਹਾਂਜੀ, ਇਹ ਯਿਸੂ ਮਸੀਹ ਕਹਿ ਰਹੇ ਹੈਗੇ ਆ। ਜੀ ਇਹ ਲਿਖਿਆ ਹੈਗਾ, ਪਰ ਜਦ ਉਹ ਅਰਥਾਤ ਸਚਾਈ ਦਾ ਆਤਮਾ ਆਵੇ ਜੀ ਤਦ ਉਹ ਸਾਰੀਆਂ ਸਚਾਈ ਵਿੱਚ ਤੁਹਾਡੇ ਆਵੇ। ਓਕੇ, ਮੈਂ ਦੁਬਾਰਾ ਪੜ੍ਹਦਾ ਜੀ। ਜੀ ਜੀ ਪਰ ਜਦ ਉਹ ਅਰਥਾਤ ਸਚਾਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂ ਜੋ ਉਹ ਆਪਣੇ ਵੱਲੋਂ ਨਾ ਕਹੇਗਾ, ਹਾਲੇਲੂਇਆ। ਜੋ ਉਹ ਸੁਣੇਗਾ ਸੋਈ ਆਖੇਗਾ, ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। ਠੀਕ ਹੈ। ਤੇ ਬਾਕੀ 14ਵੀਂ ਜੀ ਪੜ੍ਹਦੇ ਹਾਂ ਜੀ। ਹਾਂ, ਜੋ ਲਿਖਿਆ ਹੈਗਾ ਹਾਂਜੀ ਹਾਂਜੀ 14ਵੀਂ 15ਵੀਂ ਵੀ ਤੇ ਅੱਗੇ ਲਿਖਿਆ ਹੈ, ਉਹ ਮੇਰੀ ਵਡਿਆਈ ਕਰੇਗਾ, ਹਾਂਜੀ ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਅਤੇ ਤੁਹਾਨੂੰ ਦੱਸੇਗਾ। ਹਾਂਜੀ, ਸਭ ਕੁਝ ਜੋ ਪਿਤਾ ਦਾ ਹੈ ਉਹ ਮੇਰਾ ਹੈ, ਇਸੇ ਕਾਰਨ ਮੈਂ ਆਖਿਆ ਹੈ ਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ। ਠੀਕ ਹੈ। ਹਾਂਜੀ, ਕੁਝ ਐਸੀਆਂ ਗੱਲਾਂ ਵੀ ਜਿਹਦੀ ਲੋੜ ਹੋਏਗੀ ਪ੍ਰਭੂ ਯਿਸੂ ਕੋਲੋਂ ਕਹਿੰਦਾ ਮੇਰੇ ਕੋਲ ਲੈ ਕੇ ਦੱਸੇਗਾ। ਮੈਂ ਤੇ ਪਿਤਾ ਇੱਕ ਹੀ ਹਾਂ। ਸੋ ਇਹ ਤੇ ਪੱਕੀ ਗੱਲ ਹੈ। ਬਹੁਤ ਅੱਛਾ ਸਵਾਲ ਕਿਸੇ ਕੀਤਾ। ਹੁਣ ਦੇਖੋ, ਇਹਦੇ ਵਿੱਚ ਇਹ ਵੇ ਕਿ ਉਹ ਜਿਹੜੀ ਗੱਲ ਪਿਤਾ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੇ ਕਰਨੀ ਹੈ, ਉਹ ਪਵਿੱਤਰ ਆਤਮਾ ਦੇ ਥਾਈਂ ਬੰਦੇ ਨੂੰ ਕਿੰਜ ਪਤਾ ਲੱਗਦਾ ਹੈ। ਇਹਨੂੰ ਕਹਿੰਦੇ ਨੇ ਇਨਰ ਵਿਟਨੈਸ, ਯਾਨੀ ਅੰਦਰੂਨੀ ਅਗਵਾਈ ਹੈ। ਇਨਰ ਵਿਟਨੈਸ ਕਦੀ ਜ਼ਿੰਦਗੀ 'ਚ ਅਸੀਂ ਦੇਖਿਆ ਨਾ ਕਿ ਬਹੁਤ ਸਾਨੂੰ ਬਾਜ਼ ਕਾਤ ਸਟਰੋਂਗ ਫੀਲਿੰਗ ਆ ਰਹੀ ਹੈ, ਇੱਕ ਅੰਦਰ ਆ ਰਹੀ ਹੈ। ਹੁਣ ਸਾਨੂੰ ਪਤਾ ਨਹੀਂ ਲੱਗਦਾ ਕਿ ਸਹੀ ਹੈ ਗਲਤ ਹੈ ਨਾ, ਇਹ ਸਾਡੇ ਗਲਤ ਹੈ। ਲੇਕਿਨ ਕੁਝ ਦੇਰ ਬਾਅਦ ਅਸੀਂ ਵੇਖਦੇ ਹਾਂ ਕਿ ਉਹ ਗੱਲ ਵਾਕਈ ਹੁੰਦੀ ਹੈ। ਸੋ ਇਹ ਖੁਦਾ ਦਾ ਜਿਹੜਾ ਖੁਦਾ ਤੇ ਯਾਨੀ ਪਰਮੇਸ਼ਵਰ ਤੇ ਪ੍ਰਭੂ ਯਿਸੂ ਜਿਹੜਾ ਹੈ ਉਹ ਸਾਡੇ ਤੱਕ ਕੁਝ ਗੱਲਾਂ ਪਹੁੰਚਾਉਣਾ ਚਾਹੁੰਦਾ ਹੈ, ਜਿਹੜਾ ਪਵਿੱਤਰ ਆਤਮਾ ਦੀ ਥਾਈਂ ਸਾਡੀ ਫਿਰ ਉਹ ਕੀ ਕਹਿੰਦੇ ਨੇ ਸਾਡੀ ਉਹ ਰੂਹ 'ਚ ਪਾਉਂਦਾ ਹੈ ਅਤੇ ਸਾਡੀ ਰੂਹ ਤੋਂ ਸਿਗਨਲ ਜਾਂਦਾ ਹੈ ਸਾਡੇ ਪ੍ਰਾਣ ਜਾਂ ਜ਼ਿਹਨ ਨੂੰ ਹੈ, ਅਤੇ ਜਿਸ ਤੋਂ ਫਿਰ ਅਸੀਂ ਜਾਣ ਸਕਦੇ ਹਾਂ ਲਓ ਜੀ ਇਹ ਗੱਲ ਹੈ। ਸੋ ਹੁਣ ਇਹ ਕਿਸ ਤਰ੍ਹਾਂ ਹੁੰਦਾ ਹੈ, ਇਹ ਵਿਸ਼ਵਾਸੀਆਂ ਨੂੰ ਚਾਹੀਦਾ ਜਿੰਨਾ ਟਾਈਮ ਉਹ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਜਾਂ ਗਾਈਡੈਂਸ ਵਿੱਚ ਪਿਤਾ ਅਤੇ ਪ੍ਰਭੂ ਯਿਸੂ ਦੀ ਹਜ਼ੂਰੀ 'ਚ ਲਾਣਗੇ, ਉਹ ਫਿਰ ਆਸਾਨੀ ਹੋ ਜਾਂਦੀ ਹੈ ਉਹਨਾਂ ਨੂੰ ਇਸ ਗੱਲ ਨੂੰ ਸਮਝਣ ਦੇ ਲਈ। ਠੀਕ ਹੈ। ਸੋ ਇਨਰ ਵਿਟਨੈਸ ਨਾਲ ਵੀ ਇਹ ਪਰਮੇਸ਼ਵਰ ਪਵਿੱਤਰ ਆਤਮਾ ਦੇ ਥਾਈਂ ਸਾਡੇ ਨਾਲ ਗੱਲਬਾਤ ਕਰਦਾ ਹੈ। ਠੀਕ ਹੈ। ਦੂਸਰਾ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਨਹੀਂ ਸੀ ਯੋਏਲ 2:28 ਦੇ ਵਿੱਚ ਕਿ ਆਖਰੀ ਸਮੇਂ ਤੁਹਾਡੇ ਪੁੱਤਰ, ਤੁਹਾਡੀ ਧੀਆਂ, ਤੁਹਾਡੇ ਬਜ਼ੁਰਗ, ਤੁਹਾਡੇ ਗੁਲਾਮ ਜਿਹੜੇ ਨੇ ਉਹ ਖ਼ਾਬ ਰੋਇਆ ਅਤੇ ਪ੍ਰੋਫਸੀਜ਼ ਕਰਨਗੇ। ਅਤੇ ਇਹ ਜਿਹੜੀ ਖ਼ਾਬ ਅਤੇ ਰੋਇਆ ਹੈ ਯਾਨੀ ਡਰੀਮਸ ਐਂਡ ਵਿਜ਼ਨਸ ਜਾਂ ਸੁਪਨੇ ਅਤੇ ਦਰਸ਼ਨ, ਇਹ ਪਵਿੱਤਰ ਆਤਮਾ ਦੀ ਵੀ ਜਿਹੜੀ ਰੱਬ ਨੇ ਸਾਨੂੰ ਜਾਂ ਪਿਤਾ ਪ੍ਰਭੂ ਯਿਸੂ ਨੇ ਕਿਸੇ ਨੂੰ ਕੁਛ ਦੇਣਾ ਹੁੰਦਾ ਹੈ, ਕੁਛ ਉਹਨਾਂ ਨੂੰ ਗਾਈਡ ਕਰਨਾ ਹੁੰਦਾ ਹੈ, ਇਹ ਵੈਰੀ ਫਸਟ ਕੰਟੈਕਟ ਟੂ ਗੋਡ ਹੁੰਦੇ ਨੇ। ਇਹਨੂੰ ਥੋੜ੍ਹਾ ਐਕਸਪਲੇਨ ਕਰ। ਹਾਂਜੀ, ਜਦੋਂ ਪਰਮੇਸ਼ਰ ਨੇ ਸਾਨੂੰ ਕਿਸੇ ਤਰੀਕੇ ਦੇ ਨਾਲ ਸੁਨੇਹਾ ਦੇਣਾ, ਹਾਂਜੀ, ਜਿੱਦਾਂ ਸੁਪਨੇ ਰਾਹੀਂ ਜਾਂ ਵਿਜ਼ਨ ਦੇ ਰਾਹੀਂ, ਉਹ ਪਹਿਲਾ ਕੰਟੈਕਟ ਹੈਗਾ ਹੈ ਪਵਿੱਤਰ ਆਤਮਾ ਦਾ, ਯਾਨੀ ਦੱਸਦਾ ਹੈ। ਜੇ ਉਸ ਖੁਦਾ ਨੇ ਪਿਤਾ ਨੇ ਜਾਂ ਪ੍ਰਭੂ ਯਿਸੂ ਮਸੀਹ ਨੇ ਕੁਛ ਕਿਸੇ ਨੂੰ ਦੇਣਾ ਹੈ, ਪਹਿਲੇ ਖ਼ਾਬ ਵਿੱਚ ਦਿਖਾ ਦੇਗਾ। ਹੁਣ ਇਹ ਥੋੜ੍ਹੀ ਜਿਹੀ ਇੰਝ ਟਾਪਿਕ ਵੱਧ ਰਿਹਾ ਕਿ ਕੁਝ ਖ਼ਾਬ ਸ਼ੈਤਾਨ ਨਾਲੋਂ ਵੀ ਹੁੰਦੇ ਜੇ, ਕੁਝ ਖ਼ਾਬ ਹੁੰਦੇ ਨੇ ਖੁਦਾ ਨੂੰ, ਅਤੇ ਕੁਝ ਖ਼ਾਬ ਸਾਡੀ ਆਪਣੀ ਸੋਚ, ਹਾਂ, ਜਦੋਂ ਬਹੁਤ ਥਕਾਵਟ 'ਚ ਹੁੰਦੇ ਆ। ਸੋ ਇਹ ਇੱਕ ਅਲੱਗ ਸਬਜੈਕਟ ਹੈਗਾ, ਇਹਦੇ 'ਤੇ ਵੀ ਆਪਾਂ ਦੇਖ ਲਾਂਗੇ। ਸੋ ਜਿਸ ਤਰੀਕੇ ਨਾਲ
ਕਿਉਂਕਿ ਜਿਨ੍ਹਾਂ ਦੇ ਅੰਦਰ ਪਾਕ ਰੂਹ ਹੁੰਦਾ ਹੈ ਜਾਂ ਜਿਨ੍ਹਾਂ ਉੱਤੇ ਵੀ ਪਾਕ ਰੂਹ ਆਉਂਦਾ ਸੀ ਪੁਰਾਣੇ ਨੇਮ ਵਿੱਚ, ਉਹ ਅੰਦਰ ਵੀ ਆਉਂਦਾ ਸੀ, ਉੱਤੇ ਵੀ ਆਉਂਦਾ ਸੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਜੋਸਫ ਦੀ ਮਿਸਾਲ ਕਿਹੜਾ ਵਾਲਾ ਓਲਡ ਟੈਸਟਮੈਂਟ ਵਿੱਚ, ਜੈਨਸਿਸ 37 ਕੀ ਕਹਿੰਦੇ ਨੇ, ਜੈਨਸਿਸ 37 ਵਰਸ 9 ਦੇ ਵਿੱਚ ਇੱਕ ਮਿਸਾਲ ਹੈਗੀ ਹੈ ਕਿ ਜਿਸ ਤਰ੍ਹਾਂ ਯੂਸਫ ਨੂੰ ਖਾਬ ਦੇ ਵਿੱਚ ਇਹ ਸਾਰੀਆਂ ਗੱਲਾਂ ਰੱਬ ਦੱਸ ਦਿੰਦਾ ਸੀ। ਸੋ ਇਹ ਵੀ ਇੱਕ ਪਵਿੱਤਰ ਆਤਮਾ ਉਹਨਾਂ ਤੱਕ ਰਿਵੀਲ ਕਰਦਾ ਹੈ ਖਾਬ ਤੇ ਵਿਜ਼ਨ ਦੇ ਵਿੱਚ, ਦਰਸ਼ਨ ਤੇ ਉਹਦੇ ਵਿੱਚ। ਤੇ ਇਹ ਵੀ ਯਾਨੀ ਕਿ ਤੁਸੀਂ ਕਹਿ ਲਓ ਕਿ ਇੱਕ ਤਰੀਕਾ ਹੈਗਾ ਦੇਖ ਲਓ 37 ਦੀ 9 ਆਇਤ ਕਿ ਇਹ ਵੀ ਥੋੜ੍ਹਾ ਜਿਹਾ ਹੁਣ ਵੀ ਦੱਸਦਾ ਹੈ। ਜੀ ਹਾਂਜੀ ਤੇ ਜੀ ਹਾਂਜੀ ਆਪਾਂ ਪੜ੍ਹਦੇ ਹਾਂ ਜੀ ਪਦਾਇਸ਼ ਉਤਪਤ ਜੀ 37 37 ਦੀ ਆਪਣੇ ਤੁਸੀਂ ਕਿਹਾ ਹੈ ਜੀ 9 ਆਇਤ। ਹਾਂਜੀ ਜੀ ਓਕੇ ਜੀ 37 ਦੀ 9 ਆਇਤ ਦੇ ਵਿੱਚ ਇਸ ਤਰ੍ਹਾਂ ਹੈ, ਹਾਲੇਲੂਇਆ। ਫਿਰ ਉਸਨੇ ਇੱਕ ਹੋਰ ਸੁਪਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਤੇ ਆਖਿਆ ਕਿ ਵੇਖੋ ਮੈਂ ਇੱਕ ਹੋਰ ਸੁਪਨਾ ਡਿੱਠਾ ਅਤੇ ਵੇਖੋ ਸੂਰਜ ਅਤੇ ਚੰਦ ਅਤੇ 11 ਤਾਰਿਆਂ ਨੇ ਜੀ ਮੇਰੇ ਅੱਗੇ ਮੱਥਾ ਟੇਕਿਆ। ਮਤਲਬ ਇਹ ਵੇ ਕਿ ਉਹਨੂੰ ਇੱਕ ਸੁਪਨਾ ਆਇਆ, ਉਹਦੇ 'ਚ ਵੀ ਖੁਦਾ ਨੇ ਉਹਨੂੰ ਦੱਸਿਆ। ਸੋ ਇਸੇ ਤਰੀਕੇ ਨਾਲ ਅਯੂਬ ਕਹਿੰਦਾ ਹੈ ਕਿ ਖੁਦਾ ਇੱਕ ਦੋ ਵਾਰੀ ਬਲਕਿ 3 ਵਾਰੀ ਡ੍ਰੀਮਸ ਤੇ ਵਿਜ਼ਨ ਜਾਂ ਖਾਬ ਤੇ ਰੋਇਆ ਜਾਂ ਸੁਪਨੇ ਜਾਂ ਦਰਸ਼ਨ ਵਿੱਚ ਇਨਸਾਨ ਨਾਲ ਗੱਲ ਕਰਨਾ ਚਾਹੁੰਦਾ ਹੈ, ਪਰ ਅਸੀਂ ਬੜੇ ਬਿਜ਼ੀ ਹੁੰਦੇ ਹਾਂ। ਠੀਕ ਹੈ, ਅਯੂਬ ਉਹਦੀ 33 ਦੀ 14-15 ਤੇ ਉਹਦੇ ਬਾਅਦ ਇਹਦੀ 33 ਦੀ 29-33 ਆਇਤ। ਸੋ ਇਹ ਖੁਦਾ ਦਾ ਇੱਕ ਇਹ ਵੀ ਤਰੀਕਾ ਹੈ ਜਿਹੜਾ ਪਾਕ ਰੂਹ ਦੀ ਕੀ ਕਹਿ ਲਓ ਓਵਰਫਲੋ ਦਾ ਇੱਕ ਹੈ। ਯਾ ਠੀਕ ਹੈ। ਹਾਂ ਉੱਥੇ ਵੀ ਕਹਿੰਦਾ ਖੁਦਾ ਇੱਕ ਵਾਰੀ 2 ਵਾਰੀ ਬੰਦਿਆਂ ਨਾਲ ਸੁਪਨਿਆਂ 'ਚ ਤੇ ਦਰਸ਼ਨ 'ਚ ਗੱਲ ਕਰਦਾ ਹੈ, ਪਰ ਉਹ ਬੰਦੇ ਹੀ ਬੜੇ ਬਿਜ਼ੀ ਹੁੰਦੇ ਨੇ। ਇਹ ਵੀ ਪੜ੍ਹਦੇ ਹੋ ਤੇ ਇਹ ਵੀ ਇੱਕ ਸਾਡਾ ਖਾਬ ਤੇ ਰੋਇਆ, ਇਸ ਲਈ ਖਾਬ ਨੂੰ ਦੇਖਣਾ ਪੈਂਦਾ ਹੈ। ਇਹ ਅੰਦਰ ਨਾ ਜਦੋਂ ਰੱਬ ਵੱਲੋਂ ਕੋਈ ਖਾਬ ਹੋਵੇ, ਅਸੀਂ ਜ਼ਿਆਦਾ ਡਿਟੇਲ ਨਹੀਂ ਜਾਵਾਂਗੇ, ਉਹ ਬੰਦੇ ਨੂੰ ਨਾ ਜਿਸ ਤਰ੍ਹਾਂ ਡੈਨੀਅਲ ਨੂੰ ਵੀ ਯੂਸਫ ਨੂੰ ਵੀ ਇਹ ਖਲੋਣ ਨਹੀਂ ਦਿੰਦਾ, ਅੰਦਰ ਖੁੱਭ ਜਾਂਦਾ ਹੈ। ਪਤਾ ਮਤਲਬ ਹੈ ਉਹ ਇੱਥੇ ਤੱਕ ਲੋਕਾਂ ਨੂੰ ਬੁਖਾਰ ਹੋ ਜਾਂਦਾ ਬਿਮਾਰ, ਮਤਲਬ ਇਹ ਇੰਜ ਫੀਲਿੰਗ ਹੁੰਦੀ ਹੈ ਜੀ, ਕਿਉਂਕਿ ਉਹ ਡੈਨੀਅਲ ਡਰ ਗਿਆ ਵੇ ਕੀ ਮੈਂ ਦੇਖਿਆ। ਤੇ ਆਪਣੇ ਜ਼ਬੂਰ ਨਹੀਂ ਮੈਂ ਜ਼ਬੂਰ ਕਰ ਲਿਆ, ਜੋਬ ਕਹਿਣਾ ਸੀਗਾ। ਜੋਬ ਅਯੂਬ ਹਾਂਜੀ ਇੱਥੇ ਗਲਤੀ ਲੱਗ ਜਾਂਦੀ ਨਾ। ਨਹੀਂ ਤੁਸੀਂ ਨਹੀਂ ਗਲਤੀ, ਮੈਂ ਗਲਤੀ ਹੋਈ ਹੈ। ਅੱਛਾ ਮੈਂ ਗਲਤ ਕੱਢਿਆ। ਹਾਂਜੀ ਕੱਢ ਲਿਆ ਜੀ। ਹੁਣ ਅਯੂਬ 33 ਦੀ 14 ਔਰ 15 ਦੇ ਵਿੱਚ ਇਸ ਤਰ੍ਹਾਂ ਹੈ, ਉਸ ਵਿੱਚ ਲਿਖਿਆ ਹੈ ਕਿਉਂ ਜੋ ਪਰਮੇਸ਼ਰ ਇੱਕ ਵਾਰ ਬੋਲਦਾ ਹੈ ਸਗੋਂ 2 ਵਾਰ, ਪਰ ਉਹਨੂੰ ਪਰਵਾਰ ਨਹੀਂ, ਪਰ ਉਸਨੂੰ ਪਰਵਾਹ ਨਹੀਂ ਸਕਦਾ, ਪਰ ਉਸ ਦੀ ਪਰਵਾਹ ਨਹੀਂ ਸਕਦਾ, ਪਰਵਾਹ ਨਹੀਂ ਕਰ ਸਕਦਾ। ਮਤਲਬ ਹੈ ਕਿ ਉਹ ਉर्दू ਚ ਮੈਂ पढ़ देना लिखे है क्योंकि खुदा एक बार बोलता है बल्कि 2 बार, ख्वाह इंसान उसका ख्याल ना करे, ख्वाब में, रात की रोया में, जब लोगों को गहरी नींद आती है और बिस्तर पर सोते वक्त। फिर 29 आयत लिखा है देखो खुदा आदमी के साथ ये सब काम 2 या 3 बार करता है ताकि उसकी जान को गड़े से लुटाए और वो जिंदों के नूर से मुनव्वर हो। बाज़ कात कोई खतरा है जेड़ा आंदा है, ये असी डिटेल विच नहीं जाएंगे। ब्लैक एंड वाइट बाज़ कात सुपने होंदे ने, बाज़ कात कलर्ड होंदे ने,
ਬਾਜ਼ਕਾਤ ਸੁਪਨੇ 'ਚ ਤੁਸੀਂ ਆਪਣੇ ਆਪ ਨੂੰ ਦੇਖ ਰਹੇ ਹੁੰਦੇ ਹੋ, ਬਾਜ਼ਕਾਤ ਤੁਸੀਂ ਨਹੀਂ ਹੁੰਦੇ ਹੋ। ਹਰ ਇੱਕ ਦੇ ਮਾਇਨੇ ਬਾਈਬਲ ਵਿੱਚ ਨੇ। ਇਹ ਵੀ ਇੱਕ ਰਿਕਾਰਡਿੰਗ ਕਰ ਲੈਣਾ ਜੀ, ਸੁਪਨੇ ਤੇ ਦਰਸ਼ਨ, ਵਿਜ਼ਨ ਤੇ ਡ੍ਰੀਮਸ। ਫਰਕ ਹੋਣਾ ਚਾਹੀਦਾ ਹੈ ਕਿਹੜੇ ਇਨਸਾਨ ਵੱਲੋਂ ਨੇ, ਕਿਹੜੇ ਰੱਬ ਵੱਲੋਂ ਨੇ ਤੇ ਕਿਹੜੇ ਸ਼ੈਤਾਨ ਵੱਲੋਂ ਨੇ। ਇਹ ਬਲੀਵਰਸ ਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਇਹ ਕਿਧਰੇ ਕਰ ਲੈਣਾ। ਠੀਕ ਹੈ, ਸੋ ਇਹ ਮੈਂ ਉਰਦੂ ਚ ਪੜ੍ਹ ਦਿੱਤਾ ਸੀ। ਹਾਂ, ਆਪਣੇ ਹਾਂਜੀ ਕਿੰਗ ਜੇਮਸ ਦੇ ਵਿੱਚ ਹੈ ਜੀ ਬੁੱਕ ਆਫ ਜੋਬ ਚੈਪਟਰ 33 33 14 ਤੇ 15। ਹਾਂਜੀ, ਉਹਦੇ ਵਿੱਚ ਲਿਖਿਆ ਹੈ, ਫॉर God speaketh once, yet twice, yet man perceiveth it not। ਉਹ ਕਹਿੰਦਾ ਰੱਬ ਇੱਕ ਵਾਰੀ ਦੋ ਵਾਰੀ ਬੰਦੇ ਨਾਲ ਗੱਲ ਕਰਦਾ ਹੈ ਨਹੀਂ, ਪਰ ਇਨਸਾਨ ਉਹਨੂੰ ਲੈਂਦਾ ਹੀ ਨਹੀਂ, ਸਮਝਦਾ ਹੀ ਨਹੀਂ ਹੈਗਾ। ਉਹ ਆਪਣੇ ਚੱਕਰਾਂ 'ਚ। ਹਾਂਜੀ, ਤੇ ਫਿਰ 15ਵੀਂ ਆਇਤ ਵਿੱਚ ਲਿਖਿਆ ਹੈਗਾ, in a dream, in a vision of the night, when the deep sleep falleth upon man, in slumberings upon the bed। ਇਹ ਉਦੋਂ ਹੁੰਦਾ ਆ, ਕਹਿੰਦਾ ਰੱਬ ਗੱਲ ਕਰਦਾ, ਜਦੋਂ ਬੰਦਾ ਥੱਕ ਕੇ ਗਹਿਰੀ ਨੀਂਦ ਦੇ ਵਿੱਚ ਬੈੱਡ 'ਤੇ ਸੁੱਤਾ ਹੁੰਦਾ, ਆਰਾਮ ਕਰ ਰਿਹਾ ਹੈ ਨਾ, ਉਦੋਂ ਰੱਬ ਉਹਦੇ ਨਾਲ ਜਿਹਨਾਂ ਦੀ ਟੱਕ ਲੱਗੀ ਹੁੰਦੀ ਹੈ ਨਾ ਪਾਕ ਰੂਹ ਨਾਲ, ਉਹ ਅਲਾਰਮ ਮਾਰਦਾ ਹੈ, ਕਹਿੰਦਾ ਓਏ ਉੱਠ। ਤੋ ਪਵਿੱਤਰ ਆਤਮਾ ਬਗੈਰ ਕਹਾਣੀ ਨਹੀਂ ਬਣਦੀ, ਵਰਨਾ ਅਸੀਂ ਗਵਾਚੇ ਹੀ ਜਾਂਦੇ ਹਾਂ। ਸੋ ਉਹ ਦੱਸ ਦਿੰਦਾ ਬਈ ਆਹ ਗੱਲ ਹੀ, ਤੇ ਫੌਰਨ ਜੇ ਭੈੜਾ ਖਾਬ ਆ ਰਿਹਾ ਉਹਨੂੰ ਕੈਂਸਲ ਕਰੋ ਯਿਸੂ ਦੇ ਲਹੂ ਨਾਲ, ਵਰਨਾ ਆਪਰੇਟ ਹੋ ਜਾਏਗਾ। ਇਹ ਗੱਲਾਂ ਕਰਾਂਗੇ। ਸੋ ਇਹ ਗੱਲ ਹੈ। ਠੀਕ ਹੈ ਜੀ। ਤੇ ਬਾਕੀ ਤੁਸੀਂ 29 30 ਵੀ ਕਹੀ ਸੀ। ਅੱਛਾ ਜੀ, 29 30 ਵੀ ਪੜ੍ਹ ਦਿਓ, ਫਿਰ ਅੱਗੇ ਚੱਲਦੇ ਹਾਂ। 29 ਕਿਹੜੀ ਆਪਣੇ ਸੀਗੀ? 33 ਦੀ ਹੈ ਨਾ, ਇਸੇ ਦੀ 33 ਦੀ। 33 ਦੀ 29 30 ਵਿੱਚ ਲਿਖਿਆ ਹੈਗਾ, ਪੰਜਾਬੀ 'ਚ ਦੇਖਦੇ ਹਾਂ। ਇਹ ਦੇਖ ਰਹੇ ਹਾਂ ਖਾਬ ਤੇ ਰੋਇਆ ਦੇ ਵਿੱਚ ਵੀ ਕਿਸ ਤਰ੍ਹਾਂ ਇਹ ਮੈਸੇਜ ਪਿਤਾ ਤੇ ਪ੍ਰਭੂ ਯਿਸੂ ਦੇ ਹੋਲੀ ਸਪਿਰਿਟ ਦੇ ਇਹ ਗਿਫਟ ਨਹੀਂ ਗੇ। ਡ੍ਰੀਮਸ ਤੇ ਵਿਜ਼ਨ ਕੋਈ ਗਿਫਟ ਨਹੀਂ ਨੇ, ਦਾਤਾਂ ਨਹੀਂ ਨੇ, ਲੇਕਿਨ ਇਹ ਦਾਤਾਂ ਲਈ ਯੂਜ਼ ਹੁੰਦੇ ਨੇ, ਟਰਾਂਸਪੋਰਟ ਦਾ ਕੰਮ ਕਰਦੇ ਨੇ। ਹਾਂਜੀ ਜੀ ਜੀ। ਹਾਂਜੀ, ਇਹ ਲਿਖਿਆ ਹੈ ਜੀ ਅਯੂਬ 33 ਦੀ 29 ਤੇ 30। ਹਾਂਜੀ, ਇਸ ਵਿੱਚ ਲਿਖਿਆ ਹੈਗਾ, ਵੇਖ ਇਹ ਸਾਰੇ ਕੰਮ ਪਰਮੇਸ਼ਰ ਕਰਦਾ ਹੈ। ਹਾਲੇਲੂਇਆ। ਉਹ ਮਰਦ ਨਾਲ 2 ਵਾਰ ਸਗੋਂ 3 ਵਾਰ ਵੀ ਉਸ ਦੀ ਜਾਨ ਨੂੰ ਟੋਏ ਵਿੱਚੋਂ ਮੋੜ ਲਵੇ, ਤਾਂ ਜੋ ਉਹ ਜਿਉਂਦਿਆਂ ਨੂੰ ਚਾਨਣ ਨਾਲ ਪ੍ਰਕਾਸ਼ਿਤ। ਠੀਕ ਹੈ ਜੀ। ਸੋ ਇਹ ਵੀ ਇੱਕ ਅਸੀਂ ਦੂਸਰਾ ਤਰੀਕਾ ਦੇਖ ਲਿਆ ਸੀ ਕਿ ਖੁਦਾ ਵੀ ਜਿਹੜੀ ਗੱਲ ਕਰਦਾ ਹੈ ਥਰੂ ਹੋਲੀ ਸਪਿਰਿਟ ਇਹਨਾਂ ਵਸੀਲਿਆਂ ਨਾਲ ਹੁੰਦੀ। ਅੱਛਾ, ਫਿਰ ਬਾਜ਼ ਔਕਾਤ ਨਾ ਇੱਕ ਆਡੀਬਲ ਵਾਇਸ ਆਉਂਦੀ ਹੈ, ਆਵਾਜ਼ ਆਉਂਦੀ ਜਿਹੜੀ ਬਹੁਤ ਘੱਟ ਮੈਂ ਤਾਂ ਸੁਣੀ ਹੈ ਆਪਣੀ ਜ਼ਿੰਦਗੀ 'ਚ, ਲੇਕਿਨ ਇਹ ਬਹੁਤ ਹੀ ਘੱਟ ਰੱਬ ਆਡੀਬਲ ਵਾਇਸ ਵਿੱਚ ਗੱਲ ਕਰਦਾ ਹੈ। ਮਸਲਨ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਸਾਊਲ ਨੇ ਕੀ ਸੀ ਉਹ ਸਾਊਲ, ਪਾਲੂਸ ਜਦੋਂ ਸਾਊਲ ਸੀਗਾ, ਉਹਨੇ ਪਰਮੇਸ਼ਵਰ ਪ੍ਰਭੂ ਯਿਸੂ ਦੀ ਆਵਾਜ਼ ਸੁਣ ਕੇ ਤੇ ਉਹਨੇ ਹਿਸਾਬ ਲਾ ਲਿਆ ਇਹ ਆਵਾਜ਼ ਦਾ ਹੋਰ ਹੀ ਇੰਪੈਕਟ ਹੁੰਦਾ ਹੈ ਕਿ ਬੰਦਾ ਇਹ ਬਈ ਇਹ ਆਮ ਬੰਦੇ ਦੀ ਨਹੀਂ, ਇਹ ਕੋਈ ਖਾਸ ਆਵਾਜ਼ ਹੈ। ਜਦੋਂ ਉਹ ਦਮਿਸ਼ਕ ਦੇ ਰਾਜ ਜਾ ਰਿਹਾ ਸੀ ਕ੍ਰਿਸਚੀਅਨਸ ਨੂੰ ਕਤਲ ਕਰਾਉਣ ਦੇ ਲਈ, ਉਹਦੇ ਕੋਲ ਇੱਕ ਚਿੱਠੀ ਸੀ, ਪੱਤਰ ਸੀ, ਪਰਮਿਟ, ਤੇ ਉੱਥੇ ਦਮਿਸ਼ਕ ਦੀ ਰਾਜ ਉੱਥੇ ਚੇਲਿਆਂ ਦੇ ਕਰਤਬ 16 ਦੇ ਵਿੱਚ ਹੈ। ਤੇ ਉਹਨੇ ਜਦੋਂ ਉਹਦੇ ਤੇ ਇਨਕਾਊਂਟਰ ਹੋਇਆ, ਉਹ ਕੀ ਪੰਜਾਬੀ ਟਕਰਾਓ ਹੋਇਆ, ਸਾਹਮਣਾ ਹੋਇਆ ਯਿਸੂ ਦਾ, ਔਰ ਉੱਥੇ ਜਦੋਂ ਉਹਨੇ ਕਿਹਾ ਆਏ ਸਾਊਲ, ਇਹ ਆਵਾਜ਼, ਉਹ ਤੇ ਖੁਦ ਹੀ ਬੜਾ ਗਿਆਨੀ ਸੀ, ਉਹਨੂੰ ਪਤਾ ਲੱਗ ਗਿਆ ਇਹ ਆਵਾਜ਼ ਖੁਦਾ ਦੀ ਹੈ। ਤੇ ਉਹਨੂੰ ਕਹਿੰਦਾ ਆਏ ਮੇਰੇ ਪ੍ਰਭੂ, ਮੰਨ ਗਿਆ ਉਹਨੇ, ਉਹ ਤੇ ਹਾਲਾ ਪ੍ਰਭੂ ਦੇ ਖਿਲਾਫ ਸੀ। ਤੇ ਜਦੋਂ ਖੁਦਾ ਦੀ ਆਵਾਜ਼ ਆਉਂਦੀ ਹੈ ਨਾ, ਉਹਨੇ ਪ੍ਰਭੂ ਮਤਲਬ ਉੱਥੇ ਹੀ ਉਹਨੇ ਮੰਨ ਲਿਆ ਕਿ ਤੂੰ ਹੀ ਹੈ ਮੇਰਾ ਲਾਰਡ। ਤੇ ਇਹ ਵੀ ਇੱਕ ਆਡੀਬਲ ਵਾਇਸ ਵਿੱਚ ਖੁਦਾ ਗੱਲ ਕਰਦਾ ਹੈ ਤੇ ਪਵਿੱਤਰ ਆਤਮਾ ਦੱਸਦਾ ਹੈ ਆ ਰਹੀ ਆਵਾਜ਼।
ਉਹ ਸਾਡੀ ਰੂਹਾਨੀ ਕੰਨ ਖੋਲ੍ਹਦਾ ਹੈ। ਪਵਿੱਤਰ ਆਤਮਾ ਰੂਹਾਨੀ ਅੱਖਾਂ ਖੋਲ੍ਹ ਦਿੰਦਾ। ਇਸ ਲਈ ਪਵਿੱਤਰ ਆਤਮਾ ਨਾਲ ਕਨੈਕਟ, ਪ੍ਰਭੂ ਯਿਸੂ ਮਸੀਹ ਨੇ ਜਿਹੜੀ ਇਹ ਸੰਸਾਰਿਕ ਖਿਦਮਤ ਕੀਤੀ ਹੈ ਪਵਿੱਤਰ ਆਤਮਾ ਦੀ ਮਦਦ ਨਾਲ ਕੀਤੀ ਹੈ। ਉਹ ਜਿੱਥੇ ਵੀ ਹੁੰਦੇ ਸਨ ਕਹਿੰਦੇ ਸਨ ਜੋ ਕੁਝ ਉਹ ਇਨਸਾਨ ਬਣ ਕੇ ਆਏ ਉਹਨੇ 3 ਚੀਜ਼ਾਂ ਤੋਂ ਪਰਹੇਜ਼ ਕੀਤਾ ਜਿਹੜਾ ਗੋਡ ਹੀ ਸਨ, ਆਮਨੀ ਪ੍ਰੈਜ਼ੈਂਟ, ਓਮਨੀਸ਼ੈਂਟ ਤੇ ਓਮਨੀਪੋਟੈਂਟ, ਯਾਨੀ ਕਿ ਉਹਨੇ ਇਹ ਪਰਹੇਜ਼ ਕੀਤਾ ਇਹਨਾਂ ਤੋਂ। ਔਰ ਫਿਰ ਪਵਿੱਤਰ ਆਤਮਾ ਉਹਨੂੰ ਲੈ ਜਾਂਦਾ ਸੀ ਪਹਾੜ ਦੇ ਉੱਤੇ, ਕਹਿੰਦਾ ਜਿਹੜਾ ਪਿਤਾ ਨੂੰ ਮੈਂ ਕਰਦਿਆਂ ਵੇਨਾ ਉਹੀ ਮੈਂ ਕਰਨਾ, ਜਾਂ ਜਿਹੜਾ ਪਿਤਾ ਮੈਨੂੰ ਕਹਿੰਦਾ। ਸੋ ਰੂਹਾਨੀ ਅੱਖਾਂ, ਰੂਹਾਨੀ ਕੰਨ ਇਹ ਪਵਿੱਤਰ ਆਤਮਾ ਸਾਡੇ ਖੋਲ੍ਹਦਾ। ਜੇ ਉਹਦੇ ਨਾਲ ਕਨੈਕਸ਼ਨ ਉਹਦੇ ਨਾਲ ਹੀ ਰੱਖੋ ਤੇ ਉਹ ਕਰ ਦਿੰਦਾ। ਅੱਛਾ, ਫਿਰ ਇਹ ਹੋ ਗਿਆ। ਫਿਰ ਉਹਦੇ ਬਾਅਦ ਇੱਕ ਹੋਰ ਤਰੀਕਾ ਹੈ ਜਿਹੜਾ ਕਿ ਮੈਸੇਜ ਦਾ, ਪਿਤਾ ਪ੍ਰਭੂ ਯਿਸੂ ਕੋਲੋਂ ਪਵਿੱਤਰ ਆਤਮਾ ਸਾਡੇ ਤੱਕ ਪਹੁੰਚਾਉਂਦਾ ਹੈ। ਹੋਵੇ ਦੂਸਰਿਆਂ ਦੇ ਵਸੀਲਿਆਂ ਨਾਲ, ਕਿਸੇ ਹੋਰ ਲੋਕਾਂ ਦੇ ਵਸੀਲੇ ਨਾਲ। ਜਿਸ ਤਰ੍ਹਾਂ ਅਸੀਂ ਬੈਠੇ ਹਾਂ, ਸਾਨੂੰ ਤਾਂ ਪਤਾ ਹੀ ਕੋਈ ਨਹੀਂ। ਹੁਣ ਜਿਸ ਤਰ੍ਹਾਂ ਉਹ ਬਜ਼ੁਰਗ ਬੈਠੇ ਦੇ ਨੇ ਹੈ, ਉਹ ਸਾਨੂੰ ਗੱਲਾਂ 'ਚ ਹੀ ਕੋਈ ਗੱਲ ਕਰਨਗੇ, ਖੁੱਭ ਜਾਏਗੀ ਯਾਰ ਇਹਦਾ ਹੀ ਤੇ ਮੈਂ ਕੀ ਅਰਥ ਮੰਗ ਰਿਹਾ ਸਾਂ ਇਹਦਾ, ਇਹ ਗੱਲ ਤੇ ਇਹਨਾਂ ਦੇ ਥਰੂ। ਸੋ ਪਾਸਟਰਾਂ ਦੇ ਥਰੂ, ਆਗੂਆਂ ਦੇ ਥਰੂ, ਜਾਂ ਕੋਈ ਬੱਚਾ ਬੋਲ ਦੇਗਾ। ਸੋ ਅਨਲਿਮਿਟਿਡ, ਅਸੀਮਤ ਗੋਡ ਦੇ, ਅਸੀਮਤ ਹੀ ਕੰਮ ਹੈਗੇ ਨੇ। ਇਹ ਲਫ਼ਜ਼ ਮੈਂ ਬਹੁਤ ਹੀ ਮੈਨੂੰ ਅੱਛਾ ਲੱਗਦਾ, ਤੁਹਾਡੇ ਕੋਲ ਸਿੱਖਿਆ। ਅਤੇ ਇਹ ਫਿਰ ਖੁਦਾ ਦੂਸਰਿਆਂ ਦੇ ਵਸੇ। ਔਰ ਫਿਰ ਜਿਹੜੇ ਤੁਸੀਂ ਜਾਂਦੇ ਹੋ ਟਰੈਕਸ ਦੇਣ ਲਈ, ਟਰੈਕਸ ਦੇ ਵਸੀਲੇ ਨਾਲ ਵੀ ਖੁਦਾ ਲੋਕਾਂ ਨਾਲ ਗੱਲ ਕਰ ਛੱਡਦਾ। ਉਹ ਸੀ ਚੇਲਿਆਂ ਦੇ ਕਰਤੱਵ ਵਿੱਚ ਨਹੀਂ ਸੀ। ਉਹ ਹਬਸ਼ੀ ਖੋਜਾ, ਉਹ ਬੜਾ ਵੱਡਾ ਫਾਈਨੈਂਸ ਮਿਨਿਸਟਰ ਸੀ ਕੰਧਾਂ ਦੀ ਮਲਕਾਂ ਦਾ, ਅਤੇ ਉਹ ਬੜੇ ਵੱਡੇ ਚਰਚ ਦਾ ਵੀ ਮੈਂਬਰ ਸੀਗਾ। ਅਤੇ ਉਹਨੇ ਨਾ ਉੱਥੋਂ ਇੱਕ ਟਰੈਕ ਲਿਆ, ਯਸਾਇਆ 53 ਬਾਬ ਦਾ ਇੱਕ ਸੀ, ਅਤੇ ਉਹ ਪੜ੍ਹ ਰਿਹਾ ਸੀ ਆਪਣੇ ਰੱਥ ਉੱਤੇ, ਚੈਰੀਅਟ ਉੱਤੇ ਆ ਰਿਹਾ ਸੀ, ਜਿਹੜਾ ਉਹਦਾ ਡਰਾਈਵਰ ਵੀ ਸੀ ਅਤੇ ਉਹ ਵੀ। ਅਤੇ ਉਹ ਪੜ੍ਹਦਿਆਂ ਦਿਲ 'ਚ ਉਹਦੇ ਖਿਆਲ ਆਇਆ, ਯਾਰ ਇਹ ਕਿਹਦੇ ਬਾਰੇ 'ਚ ਲਿਖਿਆ? ਆਪਣੇ ਬਾਰੇ 'ਚ ਲਿਖਿਆ। ਪਵਿੱਤਰ ਆਤਮਾ ਨੇ ਕੀ ਕੀਤਾ, ਫਿਲਿੱਪਸ ਨੂੰ ਜਿਹੜਾ ਡੀਕਨ ਸੀ, ਡੀਕਨ ਸੀ, ਉਹਨੂੰ ਲੈ ਲਿਆ, ਕਿਉਂਕਿ ਚੇਲੇ ਫਿਰ ਬਹੁਤ ਹੀ ਦੁਆ 'ਚ ਸਨ। ਜਿਹੜਾ ਟਿਊਨ ਰਹੇਗਾ ਹੋਲੀ ਸਪਿਰਿਟ ਨਾਲ ਹਰ ਵੇਲੇ ਉਹਨੂੰ ਉਹ ਲੈਂਦਾ। ਉਹਨੇ ਕਿਹਾ ਚੱਲ ਫਿਲਿੱਪਸ, ਉਹ ਇੱਕ ਜਾ ਰਹੀ ਹਬਸ਼ੀ ਖੋਜਾ, ਫਾਈਨੈਂਸ ਮਿਨਿਸਟਰ, ਬੜਾ ਪੜ੍ਹਿਆ। ਦੇਖੋ ਜੀ, ਬੜਾ ਵੱਡਾ ਚਰਚ ਦਾ ਹੋਣਾ, ਬੜਾ ਵੱਡੀ ਨਾਲੇਜ ਅਤੇ ਡਿਗਰੀਆਂ ਦਾ ਹੋਣਾ ਕੋਈ ਮਾਇਨੇ ਨਹੀਂ। ਇੱਧਰ ਹੋਵੇ ਇੱਕ ਲਾਂਗਰੀ ਨਹੀਂ ਜੀ, ਤੁਸੀਂ ਵੀ ਡੀਕਨ ਨੂੰ ਮਾਫ ਕਰਨਾ, ਇੱਕ ਡੀਕਨ ਨੂੰ ਉਹਨੇ ਚੁੱਕਿਆ ਔਰ ਉਹਨੂੰ ਕਹਿੰਦਾ ਚੱਲ ਤੂੰ ਅਵੇਲੇਬਲ। ਜਿਹੜਾ ਬੰਦਾ ਅਵੇਲੇਬਲ ਹੋਏਗਾ, ਅਜ਼ੀਜ਼ੋ ਆਪਣੇ ਆਪ ਨੂੰ ਹਰ ਵੇਲੇ ਅਵੇਲੇਬਲ ਕਰੋ। ਸੁਬਾਹ ਉੱਠਦੇ ਹੀ ਕਹੋ ਪਵਿੱਤਰ ਆਤਮਾ ਮੈਂ ਅਵੇਲੇਬਲ ਹਾਂ। ਅਵੇਲੇਬਲ ਠੀਕ ਹੈ, ਮੈਂ ਆਪਣੇ ਆਪ ਨੂੰ ਉਹਦੇ ਮਤਲਬ ਤਿਆਰ ਰੱਬ ਦੇ ਕੰਮ ਲਈ ਤਿਆਰ ਰਹਿ, ਮੈਨੂੰ ਯੂਜ਼ ਕਰ। ਇਹ ਨਾ ਦੇਖੋ ਬੜਾ ਕਮਜ਼ੋਰ ਆ, ਬਾਈਬਲ ਨਹੀਂ ਪੜ੍ਹੀ, ਦੁਆ ਨਹੀਂ, ਉਹ ਇੱਕ ਵਾਰੀ ਨਾਰਾ ਲਾ ਦਿਓ। ਉੱਥੇ ਕੀ ਹੋਇਆ, ਫਿਲਿੱਪਸ ਨੂੰ ਕਹਿੰਦਾ ਇੱਧਰੋਂ ਜਾ, ਉੱਥੋਂ ਜਾਂਦਾ, ਉਹਨੂੰ ਕਹਿੰਦਾ ਉਹ ਉੱਤੋਂ ਆ ਰਿਹਾ, ਤੂੰ ਸ਼ਾਰਟਕੱਟ ਮਾਰ। ਉਹ ਫਿਰ ਲਿਖਿਆ ਹੈ ਕਿ ਉਹੀ ਜਿਹੜਾ ਯਸਾਇਆ 53 ਬਾਬ ਵਾਲਾ, ਉਹਨੇ ਉਹਨੂੰ ਫਿਰ ਸਮਝਾਇਆ। ਸੋ ਟਰੈਕਸ ਦੇ ਵਸੀਲੇ ਨਾਲ ਵੀ ਇਹ ਪਵਿੱਤਰ ਆਤਮਾ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਦਾ ਹੈ। ਫਿਰ ਅੱਗੇ ਇੱਕ ਹੋਰ ਤਰੀਕਾ ਹੈ ਕਿ ਆਪਣੇ ਵਚਨ, ਇਹ ਬੜਾ ਆਮ ਤਰੀਕਾ ਹੈ। ਇਹ ਬੜੀਆਂ ਟੈਸਟਮਨੀਜ਼ ਅਸੀਂ ਸੁਣੀਆਂ ਨੇ ਕਿ ਯਾਰ ਮੈਂ ਕਿਸੇ ਨੇ ਕਿਸੇ ਨੂੰ ਬਾਈਬਲ ਦਿੱਤੀ ਅਤੇ ਉਹਨੇ ਰੱਖ ਛੱਡੀ, ਪਰੇ ਕਰੋ, ਇਹ ਕ੍ਰਿਸ਼ਨਾ ਦੀ ਬਾਈਬਲ ਪਰੇ ਕਰੋ, ਉੱਥੇ ਮਿੱਟੀ ਪੈਂਦੀ ਰਹੀ। ਅਤੇ ਪਵਿੱਤਰ ਆਤਮਾ ਨੇ ਉਹ ਯਾਰ ਉਹਨੇ ਛੰਡਿਆ, ਮਿੱਟੀ ਖੂਬ ਨਿਕਲੀ, ਉਹਨੇ ਪੜ੍ਹਿਆ, ਉਹ ਵਚਨ ਨੇ ਉਹਨੂੰ ਤਬਦੀਲ ਕਰ ਦਿੱਤਾ ਹੈ। ਸੋ ਇਹ ਜ਼ਿਆਦਾਤਰ ਇੰਝ ਹੀ ਸੁਣਿਆ ਔਰ ਹੁੰਦਾ ਹੈ। ਸੋ ਅਸੀਂ ਵੇਖਦੇ ਹਾਂ ਕਿ ਇਹ ਬੜਾ ਇੱਕ ਆਮ ਤਰੀਕਾ ਜਿਹਦੇ ਵਸੀਲੇ ਨਾਲ ਆਪਣੇ ਵਚਨ ਦੇ ਵਸੀਲੇ ਨਾਲ ਵੀ ਖੁਦਾ ਕੰਮ ਕਰਦਾ ਹੈ। ਅੱਛਾ, ਚਾਹੇ ਉਹ ਇਨਰ ਵਿਟਨੈਸ ਹੈ, ਭਈ ਅੰਦਰੂਨੀ ਬੂਜ਼ਮ ਵਿੱਚ ਆਵਾਜ਼ ਆਈ ਹੈ, ਜਾਂ ਤੁਸੀਂ ਕਹਿ ਲਓ ਕਿ ਖਾਬ ਦੀ ਵਿਜ਼ਨ ਅਤੇ ਡਰੀਮਸ ਵਿੱਚ ਕੁਝ ਆਇਆ, ਜਾਂ ਫਿਰ ਲੋਕਾਂ ਨੇ ਦੱਸਿਆ।
ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿ ਇਹ ਠੀਕ ਨੇ ਜਾਂ ਗਲਤ ਨੇ, ਪ੍ਰਭੂ ਦਾ ਵਚਨ ਜਿਹੜਾ ਹੈ ਇਹ ਫੈਸਲਾ ਕਰਦਾ ਹੈ। ਦੂਸਰਾ ਗ੍ਰੰਥੀਆਂ 13 ਦੇ ਵਿੱਚ ਇਹ ਗੱਲਾਂ 2-3 ਗਵਾਹਾਂ ਨਾਲ ਸਾਬਤ ਹੋ ਜਾਣਗੀਆਂ। ਠੀਕ ਹੈ ਸਰ। ਦੂਜਾ ਗ੍ਰੰਥੀਆਂ ਕਿਹੜਾ ਸੀ? 13 ਚੈਪਟਰ ਪਹਿਲੀ 13 ਵਰਸ ਸੇ। ਓਕੇ। ਹਾਂਜੀ। ਸੋ ਇਹ ਜਿਹੜਾ ਹੈ ਨਾ ਪ੍ਰਭੂ ਦਾ ਵਚਨ ਇਹ ਦੱਸ ਸਕਦਾ ਹੈ ਕਿ ਇਹ ਮੇਰੀ ਆਵਾਜ਼ ਹੈ ਜਾਂ ਕਿਸੇ ਬੰਦੇ ਦੀ ਆਵਾਜ਼ ਹੈ ਜਾਂ ਸ਼ੈਤਾਨ ਦੀ ਆਵਾਜ਼ ਹੈ। ਇਹ ਵਚਨ ਹੀ ਜਿਹੜਾ ਨਾ ਇਹ ਇਸ ਚੀਜ਼ ਨੂੰ ਸਾਬਤ ਕਰਦਾ ਹੈ। ਠੀਕ ਹੈ। ਤੇ ਇੱਕ ਗੱਲ ਪੱਕੀ ਜੇ, ਜਿਹੜੀ ਵੀ ਗੱਲ ਹੋ ਰਹੀ ਹੈ ਕੁਛ ਜੇ ਵਚਨ 'ਚ ਨਹੀਂ ਗਈ ਉਹ ਪਰਮੇਸ਼ਰ ਵੱਲੋਂ ਨਹੀਂ। ਇਹ ਵਚਨ ਐਸਾ ਹੈ, ਕੋਈ ਚੀਜ਼ ਕਿਸੇ ਦੀ ਸੁਣੋ, ਸਾਰਾ ਕੁਝ ਕਰੋ, ਉਹਨੂੰ ਲੈ ਕੇ ਆ ਜਿਹੜਾ ਵਚਨ ਹੈ ਨਾ ਇਹ ਇੱਕ ਇਹੋ ਜੀ ਕਸਵੱਟੀ ਹੈ ਜਿਸ ਤਰ੍ਹਾਂ ਸੁਨਿਆਰਾਂ ਕੋਲ ਹੁੰਦੀ ਹੈ ਨਾ, ਸੋਨਾ ਲੈ ਜਾਓ ਤੇ ਰਗੜ ਦੇਣ, ਉਹ ਨਹੀਂ ਯਾਰ ਇਹ ਤੇ ਨਕਲੀ ਹੈ। ਇਹਦੇ ਵਿੱਚੋਂ ਇੰਜ ਗੁਜ਼ਾਰ ਦਿਓ ਜਿਸ ਤਰ੍ਹਾਂ ਬੈਂਕਾਂ 'ਚ ਕੀ ਹੈ ਜੀ, ਉਹ ਮਸ਼ੀਨ ਹੁੰਦੀ ਹੈ ਜਿਹੜੀ ਜੈਲੀ ਨੋਟ ਨੰਬਰ 2 ਨੋਟ ਫੜ ਲੈਂਦੀ। ਇੰਜ ਹੀ ਟੀਚਿੰਗ ਕੋਈ ਵੀ ਹੈ, ਸ਼ੱਕ ਦੀ ਗੱਲ ਨਹੀਂ ਹੈ। ਬਿਲਕੁਲ ਜੀ, ਕਿਉਂਕਿ ਪਰਮੇਸ਼ਰ ਉਸ ਬਚਨ ਤੋਂ ਬਾਹਰ ਨਹੀਂ ਜਾਏਗਾ। ਪਵਿੱਤਰ ਆਤਮਾ ਲਿਖਾਰੀ ਆ, ਜੋ ਲਿਖਿਆ ਉਸ ਤੋਂ ਬਾਹਰ ਨਹੀਂ ਜਾਏਗਾ। ਜੇ ਉਸ ਤੋਂ ਬਾਹਰ ਹੈ ਤਾਂ ਨਹੀਂ, ਉਸ ਨੂੰ ਨਹੀਂ ਵਿਸ਼ਵਾਸ। ਇਸੇ ਲਈ ਤੁਸੀਂ ਸਾਨੂੰ ਚੇਤੇ ਕਰਾਉਂਦੇ ਰਹਿੰਦੇ ਹੋ ਕਿ ਉਤਪਤੀ ਤੋਂ ਪ੍ਰਕਾਸ਼ ਦੀ ਪੋਤੀ ਦੇ ਵਿੱਚ ਹੀ ਚੱਲਿਓ। ਬਿਲਕੁਲ ਜੀ, ਬਿਲਕੁਲ ਇਹਦੇ ਵਿੱਚ ਇਹ ਬੜਾ ਤੁਸੀਂ ਫੈਸਲਾ ਕੀਤਾ ਹੈ ਨਾ। ਕਿਉਂਕਿ ਆਪਾਂ ਬਾਈਬਲ ਸਟੱਡੀ ਕਰ ਰਹੇ ਹਾਂ ਤੇ ਬਾਈਬਲ ਦੇ ਵਿੱਚੋਂ ਸਟੱਡੀ ਕਰਨਾ, ਬਾਹਰੋਂ ਜੇ ਸਟੱਡੀ ਕਰਦੇ ਹੋ ਬਾਈਬਲ ਸਟੱਡੀ ਨਹੀਂ ਕੀਤੀ। ਮੈਂ ਸਮਝਦਾ ਸਾਡਾ ਆਪਣਾ ਵਿਸ਼ਵਾਸ ਸਿਰਫ ਔਰ ਸਿਰਫ ਬਾਈਬਲ। ਹਾਲੇਲੂਇਆ। ਮੇਰਾ ਖਿਆਲ ਹੈ ਤੁਸੀਂ ਹੋਰਾਂ ਨੂੰ ਕਿਸੇ ਨੂੰ ਫਾਇਦਾ ਹੈ ਕਿ ਨਹੀਂ, ਮੈਨੂੰ ਤੇ ਬੜਾ ਹੋ ਰਿਹਾ। ਤੁਸੀਂ ਐਂ ਕੈਂਡੇ 'ਚ ਕਰ ਦਿੱਤਾ ਤੇ ਬੰਦਾ ਬੋਲ ਜਾਂਦਾ ਨਾ ਇੱਧਰ ਉੱਧਰ ਵੀ। ਕਈ ਅਸੀਂ ਸੁਣਦੇ ਰਹਿੰਦੇ ਹਾਂ ਭਾਈ ਇੱਥੇ ਤੇ ਸੁਣੀ ਸੁਣਾਈਆਂ ਗੱਲਾਂ ਨਹੀਂ ਜੇ ਚੱਲਦੀਆਂ, ਇੱਥੇ ਤੇ ਕਹਿੰਦੇ ਨੇ ਭਾਈ ਸਾਹਿਬ ਵਰਸ ਦਿਓ। ਸੋ ਖੁਦਾ ਤੁਹਾਨੂੰ ਬੜੀ ਬਰਕਤ, ਇਹ ਹੋਣਾ ਇੰਝ ਹੀ ਚਾਹੀਦਾ। ਸੋ ਇਹ ਬਹੁਤ ਹੀ ਗੱਲਾਂ ਨੇ ਕਿ ਕਿਸ ਤਰ੍ਹਾਂ ਹੋਲੀ ਸਪਿਰਿਟ ਇਹ ਜਿਹੜੇ ਨੇ ਪਿਤਾ ਪੁੱਤਰ ਪਵਿੱਤਰ ਆਤਮਾ ਕਿੰਝ ਆਪਸ ਵਿੱਚ ਕੰਮ ਕਰਦੇ ਨੇ ਤੇ ਇੱਕ ਦੂਜੇ ਨੂੰ ਇੱਜ਼ਤ ਦਿੰਦੇ ਨੇ। ਠੀਕ ਹੈ। ਪਿਤਾ ਪੁੱਤਰ ਨੂੰ ਇੱਜ਼ਤ ਦਿੰਦਾ ਹੈ, ਪੁੱਤਰ ਪਿਤਾ ਨੂੰ ਦਿੰਦਾ ਹੈ, ਪਿਤਾ ਪੁੱਤਰ ਮਿਲ ਕੇ ਪਵਿੱਤਰ ਆਤਮਾ ਨੂੰ ਇੱਜ਼ਤ ਦਿੰਦੇ ਨੇ। ਪਵਿੱਤਰ ਆਤਮਾ ਕਿੰਝ ਇੱਜ਼ਤ ਦਿੰਦਾ ਹੈ, ਇਹ ਜੀ ਗੱਲ। ਠੀਕ ਹੈ। ਹਾਂਜੀ, ਠੀਕ ਹੈ ਜੀ, ਬਹੁਤ ਵਧੀਆ। ਸੋ ਸਵਾਲ ਦੁਹਰਾ ਦਿਓ, ਇਹਦੇ ਬਾਰੇ 'ਚ ਅਸੀਂ ਗੱਲ ਕੀਤੀ ਹੈ। ਹਾਂਜੀ, ਆਪਾਂ ਅੱਜ ਜਿਹੜਾ ਹੁਣ ਇਸ ਸਟੱਡੀ ਵਿੱਚ ਆਪਾਂ ਇਹ ਦੇਖਿਆ ਵੀ ਪਵਿੱਤਰ ਆਤਮਾ ਕੀ। ਪਵਿੱਤਰ ਆਤਮਾ ਸਵਰਗ ਤੋਂ ਪਿਤਾ ਪਰਮੇਸ਼ਰ ਪਿਤਾ ਕੋਲੋਂ ਔਰ ਯਿਸੂ ਮਸੀਹ ਕੋਲੋਂ ਮੈਸੇਜ ਸੁਨੇਹਾ ਲੈ ਕੇ ਸਾਡੇ ਤੱਕ ਪਹੁੰਚਾਉਣ ਦਾ ਕੰਮ ਵੀ ਕਰਦਾ ਹੈ ਤੇ ਕੀ ਤਰੀਕੇ ਇਸਤੇਮਾਲ ਹੁੰਦੇ ਔਰ ਕਿਸ ਤਰ੍ਹਾਂ ਵੱਖਰੇ ਤਰੀਕਿਆਂ ਦੇ ਨਾਲ ਆਪਾਂ ਦੇਖ ਲਿਆ ਹੋ। ਆਪਾਂ ਇਹ ਡ੍ਰੀਮਸ ਦੇ ਸੁਪਨਿਆਂ ਦੇ ਰਾਹੀਂ, ਵਿਜ਼ਨਸ ਦੇ ਰਾਹੀਂ ਜਾਂ ਆਡੀਬਲ ਗੱਲਬਾਤ ਜਿਹੜੀ ਆਪਣੇ ਕੰਨਾਂ ਨਾਲ ਸੁਣ ਸਕਦੇ ਆ ਉਹਦੇ ਰਾਹੀਂ, ਜਾਂ ਕਿਸੇ ਦੇ ਥਰੂ ਜਾਂ ਅੰਦਰੋਂ ਇੱਕ ਚੀਜ਼ ਉੱਠਦੀ ਹਾਂ, ਜਾਂ ਫਿਰ ਕੋਈ ਟਰੈਕ ਕੋਈ ਚੀਜ਼ ਵਚਨ ਪੜ੍ਹ ਕੇ ਹਾਂਜੀ ਮੈਸੇਜ ਉਹ ਉਸ ਸਿਚੁਏਸ਼ਨ ਦੇ ਮੁਤਾਬਕ ਉਹੀ ਗੱਲ ਉਹ ਭੁੜਕ ਕੇ ਜਿੱਦਾਂ ਪੈਂਦੀ ਹੈ ਨਾ, ਆ ਲੈਂਦਾ ਹੈ ਨਾ ਬੰਦਾ ਕਹਿੰਦਾ ਉਹ ਵੱਜਦੀ ਆ ਅੰਦਰ ਆ ਕੇ ਪਤਾ ਉਹ ਫਿਰ ਇਹ ਬੰਦੇ ਨੂੰ ਖਲੋਣ ਨਹੀਂ ਦਿੰਦੀ। ਹਾਂ ਹੈ ਐਸਾ ਠੀਕ ਹੈ ਜੀ, ਬਿਲਕੁਲ ਜੀ। ਔਰ ਇਹ ਪਵਿੱਤਰ ਆਤਮਾ ਗੱਲ, ਕਿਉਂਕਿ ਇਹ ਪਵਿੱਤਰ ਵਚਨ 'ਚ ਲਿਖਿਆ ਇਹ ਪਿਤਾ ਦੀਆਂ ਗਹਿਰੀਆਂ ਭੇਦ ਦੀਆਂ ਗੱਲਾਂ। ਹਾਂਜੀ, ਇਹ ਡਾਈਵਰ ਆ, ਹਾਂਜੀ ਤੁਸੀਂ ਕਹਿੰਦੇ ਨਾ ਉੱਥੇ ਤੱਕ ਜਾ ਕੇ ਕੀਮਤੀ ਗੱਲਾਂ। ਸੋ ਇਹ ਪਵਿੱਤਰ ਆਤਮਾ ਨਾਲ ਸਾਡਾ ਰਾਬਤਾ ਬਹੁਤ 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 ਜ਼ਰੂਰੀ ਹੈ। ਹਾਂਜੀ, ਤੇ ਨਹੀਂ ਤਾਂ ਜੇ ਸਾਡੇ ਅੰਦਰ ਪਵਿੱਤਰ ਆਤਮਾ ਦੀ ਭਰਪੂਰੀ ਬਪਤਿਸਮਾ ਨਹੀਂ ਹੈ ਤਾਂ ਆਪਣਾ ਮਸੀਹੀ ਜੀਵਨ ਅਧੂਰਾ ਹੈ। ਕਿਉਂਕਿ ਯਿਸੂ ਨੇ ਵੀ ਕਿਹਾ ਕਿਤੇ ਨਾ ਜਾਇਓ। ਹਾਂਜੀ, ਜਿੰਨਾ ਚਿਰ ਪਵਿੱਤਰ ਆਤਮਾ ਦੀ ਸ਼ਕਤੀ ਨਹੀਂ ਮਿਲਦੀ। ਹਾਂਜੀ, ਤੇ ਉਹਨਾਂ ਨੇ ਸਿਰਫ 10 ਦਿਨ ਵੇਟ ਕੀਤਾ ਤੇ ਉਹਨਾਂ ਨੂੰ ਸ਼ਕਤੀ ਮਿਲ ਗਈ ਤਾਂ ਫਿਰ ਉਹਨਾਂ ਨੇ ਕੰਮ ਸਾਰੀ ਦੁਨੀਆ 'ਚ ਹਾਂਜੀ ਕਰ ਦਿੱਤਾ। ਤੇ ਅੱਜ ਆਪਾਂ ਭੁੱਖ ਪਿਆਸ ਰੱਖੀਏ ਪਵਿੱਤਰ ਆਤਮਾ ਦੀ ਸ਼ਕਤੀ ਦਾ, ਬਪਤਿਸਮੇ ਦਾ। 10 ਦਿਨ ਵੇਟ ਹੋ ਗਿਆ, ਬਹੁਤ ਆ। ਹੁਣ ਆਪਾਂ ਸਾਲਾਂ ਬੱਧੀ ਨਾ ਵੇਟ ਕਰੀਏ, ਕਿਉਂਕਿ ਕਈ ਲੋਕ ਮਸੀਹੀ ਭੈਣ ਭਰਾ
ਬਹੁਤ ਪੁਰਾਣੇ ਭਾਵੇਂ ਬਚਪਨ ਤੋਂ ਹੀ ਆਉਂਦੇ ਹੋਣ, ਪਰ ਪਵਿੱਤਰ ਆਤਮਾ ਦਾ ਬਪਤਿਸਮਾ ਬਹੁਤ ਜ਼ਰੂਰੀ ਹੈਗਾ ਸਾਨੂੰ। ਇੱਕ ਹੱਥ ਵਧਾ ਦਿਓ ਸਕਰੀਨ ਉੱਤੇ ਹਾਂਜੀ, ਤੇ ਦੁਆ ਕਰੋ ਕਿ ਲੋਕਾਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਯਿਸੂ ਦੇਵੇ। ਹੱਥ ਵਧਾ ਦਿਓ ਸਕਰੀਨ ਉੱਤੇ। ਹਾਲੇਲੂਇਆ, ਪਰਮੇਸ਼ਰ ਪਿਤਾ, ਹਾਲੇਲੂਇਆ, ਜਿੰਨੇ ਵੀ ਭੈਣ ਭਰਾ ਹਾਲੇਲੂਇਆ, ਜਿੱਥੇ ਜਿੱਥੇ ਵੀ ਇਸ ਨੂੰ ਸੁਣ ਰਹੇ ਹਨ, ਉਹਨਾਂ ਸਭ ਨੂੰ ਆਪ ਦੇ ਕੋਲ ਲੈ ਕੇ ਆਉਂਦੇ ਆ। ਹਾਲੇਲੂਇਆ, ਪਰਮੇਸ਼ਰ ਪਿਤਾ ਉਹਨਾਂ ਨੂੰ ਇਹ ਬਰਕਤ, ਇਹ ਤੋਹਫਾ ਪਵਿੱਤਰ ਆਤਮਾ ਦੇ ਬਪਤਿਸਮੇ ਦਾ ਦਿਓ ਪਰਮੇਸ਼ਰ ਪਿਤਾ। ਆਪ ਜੀ ਦਾ ਜੋ ਪਲਾਨ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਜਿਸ ਮਕਸਦ ਲਈ ਆਪ ਨੇ ਉਹਨਾਂ ਨੂੰ ਬਣਾਇਆ ਤਾਂ ਕਿ ਉਹ ਪੂਰਾ ਹੋ ਸਕੇ ਪਰਮੇਸ਼ਰ ਪਿਤਾ। ਪਰਮੇਸ਼ਰ ਪਿਤਾ, ਆਪ ਦੇ ਵਚਨ ਵਿੱਚ ਲਿਖਿਆ ਹੈ, ਯਿਸੂ ਮਸੀਹ ਕਹਿੰਦਾ ਹੈ ਪਰਮੇਸ਼ਰ ਪਿਤਾ, ਯਿਸੂ ਮਸੀਹ ਕਹਿੰਦੇ ਹਨ, ਅਗਰ ਪਿਤਾ ਤੁਹਾਡਾ ਦੁਨਿਆਵੀ ਪਿਤਾ ਤੋਂ ਤੁਸੀਂ ਰੋਟੀ ਮੰਗੋ, ਉਹ ਤੁਹਾਨੂੰ ਪੱਥਰ ਨਹੀਂ ਦੇਵੇਗਾ। ਤੁਸੀਂ ਪਿਤਾ, ਮੇਰੇ ਪਿਤਾ ਕੋਲੋਂ ਮੰਗੋ, ਭੁੱਖ ਪਿਆਸ ਰੱਖੋ ਔਰ ਮੰਗੋ, ਤਾਂ ਉਹ ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਕਿਉਂ ਨਹੀਂ ਦੇਵੇਗਾ। ਹਾਲੇਲੂਇਆ, ਪਰਮੇਸ਼ਰ ਪਿਤਾ, ਇੱਕ ਮਸੀਹੀ ਦੇ ਲਈ ਇਸ ਤੋਂ ਵੱਡਾ ਗਿਫਟ, ਤੋਹਫਾ ਪਰਮੇਸ਼ਰ ਪਿਤਾ ਕੀ ਹੋ ਸਕਦਾ ਹੈ? ਹੋਰ ਕੋਈ ਨਹੀਂ। ਜਦੋਂ ਅਸੀਂ ਬਚਾਏ ਗਏ, ਨਵਾਂ ਜਨਮ ਹੋ ਗਿਆ, ਪਾਪਾਂ ਦੀ ਮਾਫੀ ਮਿਲ ਗਈ, ਮੁਕਤੀ, ਸੈਲਵੇਸ਼ਨ ਮਿਲ ਗਈ, ਉਸ ਤੋਂ ਬਾਅਦ ਇਹ ਇੱਕ ਬਹੁਤ ਕੀਮਤੀ ਤੋਹਫਾ ਹੈ ਸਾਡੀ ਆਪਣੀ बढ़ोतरी ਦੇ ਲਈ ਔਰ ਆਪ ਦੇ ਰਾਜ ਦੇ ਲਈ, ਆਪ ਦੇ ਉਸ ਮਕਸਦ ਦੇ ਲਈ। ਪਰਮੇਸ਼ਰ ਪਿਤਾ, ਇੱਕ ਭੈਣ ਭਰਾ ਜੋ ਇਸ ਸਮੇਂ ਪਰਮੇਸ਼ਰ ਪਿਤਾ ਸਾਡੇ ਨਾਲ ਜੁੜੇ ਹੋਏ ਹਨ, ਸੁਣ ਰਹੇ ਹਨ, ਉਹਨਾਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਮਿਲ ਜਾਏ ਇਸੇ ਵਕਤ ਯਿਸੂ ਮਸੀਹ ਨਾਂ ਦੇ ਵਿੱਚ। ਪਰਮੇਸ਼ਰ ਪਿਤਾ, ਉਹਨਾਂ ਨੂੰ ਬਪਤਿਸਮਾ ਦਿਓ, ਉਹ ਭੁੱਖ ਪਿਆਸ ਰੱਖਣ ਔਰ ਯਿਸੂ ਮਸੀਹ ਆਪ ਉਹਨਾਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿਓ। ਪਵਿੱਤਰ ਆਤਮਾ ਦਾ ਬਪਤਿਸਮਾ ਮਿਲ ਜਾਏ, ਯਿਸੂ ਮਸੀਹ ਦੇ ਨਾਮ ਦੇ ਵਿੱਚ ਮਿਲ ਜਾਏ ਪਰਮੇਸ਼ਰ ਪਿਤਾ। ਉਹ ਛੂਏ ਜਾਣ ਔਰ ਉਹ ਗੈਰ ਜ਼ਬਾਨਾਂ ਬੋਲਣ ਇਸੇ ਵਕਤ ਪਰਮੇਸ਼ਰ ਪਿਤਾ। ਉਹਨਾਂ ਨੂੰ ਇਹ ਤੋਹਫਾ ਦਿਓ ਯਿਸੂ ਮਸੀਹ ਨਾਂ ਦੇ ਵਿੱਚ ਪਰਮੇਸ਼ਰ ਪਿਤਾ। ਬਰਕਤ ਦਿਓ, ਉਹ ਵੀ ਗੈਰ ਜ਼ਬਾਨਾਂ ਬੋਲਣ ਪਰਮੇਸ਼ਰ ਪਿਤਾ, ਜਿਸ ਤਰ੍ਹਾਂ ਚੇਲਿਆਂ ਦੇ ਕਰਤੱਵ ਦੇ ਵਿੱਚ ਗੈਰ ਜ਼ਬਾਨਾਂ ਬੋਲੀਆਂ, ਜਿਸ ਨੇ ਵੀ ਪਰਮੇਸ਼ਰ ਪਿਤਾ ਪਵਿੱਤਰ ਆਤਮਾ ਦਾ ਬਪਤਿਸਮਾ ਲਿਆ, ਉਹ ਇਹ ਗੈਰ ਜ਼ਬਾਨਾਂ ਬੋਲਣ ਪਰਮੇਸ਼ਰ ਪਿਤਾ। ਦਇਆ ਕਰੋ, ਰਹਿਮ ਕਰੋ ਪਰਮੇਸ਼ਰ ਪਿਤਾ, ਤਾਂ ਕਿ ਆਪ ਦੇ ਰਾਜ ਦੇ ਲਈ, बढ़ोतरी ਦੇ ਲਈ ਕੰਮ ਹੋ ਸਕੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।